मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गरवास ना परिया रे। गुरु नानक जिन सुनिया पेखिया, से फिर गरवास ना परिया रे। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਅਸੀਂ ਸਾਂਝ ਪਾ ਰਹੇ ਹਾਂ। ਅੱਜ ਦੂਜੀ ਪੌੜੀ ਤੋਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸਪਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਨੂੰ ਸਚਿਆਰ ਬਣਨ ਦੀ ਪ੍ਰੇਰਨਾ ਦਿੱਤੀ ਤੇ ਸਚਿਆਰ ਬਣਨ ਦਾ ਇੱਕੋ ਇੱਕ ਤਰੀਕਾ ਹੈ ਰੱਬੀ ਨਿਯਮਾਂ ਦੇ ਅਨੁਸਾਰ ਜ਼ਿੰਦਗੀ ਜਿਉਣਾ। ਸਚਿਆਰ ਬਣਨ ਦੇ ਲਈ ਪਿਛਲੀ ਪੌੜੀ 'ਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ 4 ਸਾਧਨਾਂ ਦੀ ਗੱਲ ਕੀਤੀ ਜਿਨ੍ਹਾਂ ਸਾਧਨਾਂ ਦੇ ਰਾਹੀਂ ਲੋਕ ਸਚਿਆਰ ਬਣਨਾ ਚਾਹੁੰਦੇ ਸਨ। ਕਿਸੇ ਨੇ ਕਹਿ ਦਿੱਤਾ ਕਿ ਤੀਰਥਾਂ ਤੇ ਇਸ਼ਨਾਨ ਕੀਤਿਆਂ ਸਚਿਆਰ ਬਣ ਜਾਈਦਾ ਹੈ। ਕਿਸੇ ਨੇ ਕਿਹਾ ਅੱਖਾਂ ਮੀਟ ਕੇ ਚੁੱਪ ਕਰਕੇ ਸਮਾਧੀ ਲਾਉਣ ਦੇ ਨਾਲ ਸਚਿਆਰ ਬਣ ਜਾਈਦਾ ਹੈ। ਕਿਸੇ ਨੇ ਕਹਿ ਦਿੱਤਾ ਕਿ ਦੁਨਿਆਵੀ ਪਦਾਰਥਾਂ ਦੇ ਨਾਲ ਮਨ ਨੂੰ ਰਜਾਉਣ ਤੋਂ ਬਾਅਦ ਮਨੁੱਖ ਸਚਿਆਰ ਬਣ ਜਾਂਦਾ ਹੈ। ਕਿਸੇ ਨੇ ਕਿਹਾ ਕਿ ਸਿਆਣਪਾਂ ਚਲਾਕੀਆਂ ਦੇ ਨਾਲ ਮਨੁੱਖ ਸਚਿਆਰ ਬਣ ਸਕਦਾ ਹੈ। ਗੁਰੂ ਜੀ ਨੇ ਇਹ ਚਾਰੇ ਸਾਧਨ ਰੱਦ ਕਰ ਦਿੱਤੇ ਔਰ ਇੱਕ ਨਵੀਂ ਵਿਚਾਰਧਾਰਾ ਦੁਨੀਆ ਦੀ ਝੋਲੀ ਵਿੱਚ ਪਾਈ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੇ ਪਾਲ, ਸਚਿਆਰ ਕਿਵੇਂ ਹੋਈਏ, ਝੂਠ ਦੀ ਦੀਵਾਰ ਕਿਵੇਂ ਟੁੱਟੇ। ਇਹਦਾ ਇੱਕੋ ਇੱਕ ਤਰੀਕਾ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਸ ਹੁਕਮੇ ਦੇ ਹੁਕਮ ਵਿੱਚ ਜ਼ਿੰਦਗੀ ਨੂੰ ਬਤੀਤ ਕਰਨਾ। ਹੇ ਨਾਨਕ, ਇਹ ਰੀਤ ਧੁਰ ਤੋਂ ਹੀ ਲਿਖੀ ਆ ਰਹੀ ਹੈ ਜਦੋਂ ਤੋਂ ਇਹ ਸੰਸਾਰ ਬਣਿਆ ਹੈ ਕਿ ਰੱਬੀ ਹੁਕਮਾਂ ਵਿੱਚ ਜ਼ਿੰਦਗੀ ਬਤੀਤ ਕਰਨ ਵਾਲਾ ਮਨੁੱਖ ਸਚਿਆਰ ਹੋ ਜਾਂਦਾ ਹੈ। ਹੁਣ ਰੱਬੀ ਹੁਕਮਾਂ 'ਚ ਕਿਵੇਂ ਆਈਏ? ਗੁਰੂ ਨਾਨਕ ਪਾਤਸ਼ਾਹ ਅੱਜ ਦੂਜੀ ਪੌੜੀ ਵਿੱਚ ਇਹ ਮਹਿਰਾਮਤ ਸਾਡੇ ਜੀਵਨ ਤੇ ਕਰ ਰਹੇ ਹਨ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਆਕਾਰ, ਹੁਕਮ ਦੇ ਵਿੱਚ ਆਕਾਰ ਹੁੰਦੇ ਹਨ। ਆਕਾਰ ਮੈਨੇ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ, ਇੱਕ ਨਾ ਨਜ਼ਰ ਆਉਣ ਵਾਲੇ ਛੋਟੇ ਜਿਹੇ ਜੀਵ ਤੋਂ ਲੈ ਕੇ ਸੂਰਜ, ਚੰਦਰਮਾ, ਆਕਾਸ਼, ਬ੍ਰਹਿਮੰਡ ਤੱਕ, ਇਹ ਸਾਰੇ ਆਕਾਰ ਨੇ। ਇਹ ਸਾਰੇ ਹੁਕਮ ਦੇ ਵਿੱਚ ਨੇ। ਹੁਕਮ 2 ਅਰਥਾਂ 'ਚ ਗੁਰਬਾਣੀ ਵਿੱਚ ਆਉਂਦਾ ਹੈ। ਜਿੱਥੇ ਆਏਗਾ ਗੁਰੂ ਦਾ ਹੁਕਮ, ਉੱਥੇ ਹੈ ਗੁਰੂ ਦਾ ਉਪਦੇਸ਼, ਤੇ ਜਿੱਥੇ ਵੀ ਆਏਗਾ ਪ੍ਰਭੂ ਦਾ ਹੁਕਮ, ਉੱਥੇ ਬਣੇਗਾ ਪ੍ਰਭੂ ਦਾ ਨਿਯਮ। ਪ੍ਰਭੂ ਦੇ ਨਿਯਮਾਂ ਦੇ ਵਿੱਚ ਜਿੰਨੇ ਵੀ ਆਕਾਰ ਨੇ ਸਾਰੇ ਬਣ ਰਹੇ ਨੇ। ਹੁਕਮੀ ਹੋਵਨ ਆਕਾਰ, ਕੀੜੀ ਤੋਂ ਲੈ ਕੇ ਹਾਥੀ ਤੱਕ, ਹਰ ਪਸ਼ੂ, ਪੰਛੀ, ਬਨਸਪਤੀ, ਪੇੜ ਪੌਦੇ, ਸੂਰਜ, ਚੰਦਰਮਾ, ਆਕਾਸ਼, ਤਾਰੇ, ਬ੍ਰਹਿਮੰਡ, ਹਵਾ, ਅੱਗ, ਪਾਣੀ ਆਦਿਕ ਜਿੰਨੇ ਵੀ ਆਕਾਰ ਨੇ, ਇਹ ਸਾਰੇ ਰੱਬੀ ਨਿਯਮਾਂ ਦੇ ਵਿੱਚ ਨੇ। ਹੁਕਮ ਨਾ ਕਹਿਆ ਜਾਈ, ਤੇ ਪ੍ਰਭੂ ਦਾ ਇਹ ਹੁਕਮ ਨਿਯਮ ਸਾਰਾ ਨਹੀਂ ਕਿਹਾ ਜਾ ਸਕਦਾ। ਕਿੰਨਾ ਕੁ ਕੋਈ ਅੰਤ ਪਾਏਗਾ। ਇਹ ਨਿਯਮ ਦਾ ਇੰਨਾ ਵਿਸਥਾਰ ਹੈ ਜਿਹੜਾ ਕਿਹਾ ਨਹੀਂ ਜਾ ਸਕਦਾ। ਸਾਇੰਟਿਸਟਾਂ ਨੇ ਨਿਯਮ ਖੋਜੇ ਨੇ, ਬਣਾਏ ਨਹੀਂ ਹਨ। ਉਹਨਾਂ ਨੇ ਖੋਜ ਕਰਕੇ ਦੱਸਿਆ ਕਿ 2 ਹਿੱਸੇ ਹਾਈਡਰੋਜਨ ਤੇ 1 ਹਿੱਸੇ ਆਕਸੀਜਨ ਮਿਲਾ ਕੇ ਪਾਣੀ ਬਣਦਾ ਹੈ। H2O ਦਾ ਫਾਰਮੂਲਾ ਦੇ ਦਿੱਤਾ ਉਹਨਾਂ ਨੇ। ਇਹ ਨਿਯਮ ਖੋਜਿਆ ਬਸ, ਬਣਾਇਆ ਨਹੀਂ। ਸਵਾਦ ਤੇ ਤਾਂ ਜੇ 2 ਵੱਖੋ ਵੱਖਰੀਆਂ ਹੋਰ ਕੋਈ ਗੈਸਾਂ ਇਕੱਠੀਆਂ ਕਰਕੇ ਪਾਣੀ ਬਣਾਇਆ ਜਾਂਦਾ ਨਹੀਂ। ਪਾਣੀ ਦਾ ਨਿਯਮ ਧੁਰ ਤੋਂ ਹੈ, ਸਾਇੰਟਿਸਟਾਂ ਨੇ ਖੋਜ ਦਿੱਤਾ। ਸਾਇੰਟਿਸਟਾਂ ਨੇ ਖੋਜਿਆ ਕਿ ਅਸੀਂ ਆਕਸੀਜਨ ਨਾਲ ਜਿਉਂਦੇ ਰਹਿੰਦੇ ਹਾਂ, ਕਾਰਬਨ ਡਾਈਆਕਸਾਈਡ ਅਸੀਂ ਬਾਹਰ ਕੱਢ ਦਿੰਦੇ ਹਾਂ। ਇਹ ਸਿਰਫ ਨਿਯਮ ਖੋਜਿਆ, ਬਣਾਇਆ ਨਹੀਂ। ਤੇ ਜਿੰਨਾ ਵੀ ਨਿਯਮ ਹੈ ਪ੍ਰਭੂ ਦਾ ਵਿਸਥਾਰ ਹੈ, ਉਹ ਸਾਰਾ ਨਿਯਮ ਕਿਹਾ ਨਹੀਂ ਜਾ ਸਕਦਾ। ਅਸੀਂ ਸਿਰਫ ਅੰਦਾਜ਼ੇ ਲਾ ਸਕਦੇ ਹਾਂ। ਕੁਝ ਲੋਕਾਂ ਨੇ ਅੰਦਾਜ਼ੇ ਲਾਏ ਕਿ ਅੰਡਜ, ਜੇਰਜ, ਸੇਤਜ, ਉਤਪੁਜ 4 ਤਰੀਕਿਆਂ ਦੀਆਂ ਖਾਣੀਆਂ ਦੇ ਨਾਲ ਜੀਵਾਂ ਦੀ ਉਤਪਤੀ ਹੋਈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋਚ ਬਦਲ ਦਿੱਤੀ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਇੱਥੇ ਤੇ ਕਿੰਨੀਆਂ ਹੀ ਖਾਣੀਆਂ ਹਨ। ਪਤਾ ਨਹੀਂ ਕਿਸ ਕਿਸ ਖਾਣੀ ਦੇ ਨਾਲ ਜੀਵ ਦੀ ਉਤਪਤੀ ਹੋ ਰਹੀ ਹੈ। ਰੁੱਖ ਜਿਹੜਾ ਹੈ, ਬਨਸਪਤੀ,
ਇਹ ਉਤਪੁਜ ਖਾਣੇ ਦੀ ਪੈਦਾਇਸ਼ ਮੰਨੀ ਗਈ। ਪਰ ਅਮਰੀਕਾ ਵਿੱਚ ਇੱਕ ਰੁੱਖ ਲੱਭਿਆ ਰੇਡਵੁੱਡ, ਤੇ ਰੁੱਖ ਦੀ ਨਿਸ਼ਾਨੀ ਉਹਦੇ ਵਿੱਚ ਅੱਗ ਹੁੰਦੀ ਹੈ। ਸਗਲ ਬਨਸਪਤੀ ਮੈਂ ਬਸੰਤਰ। ਰੇਡਵੁੱਡ ਰੁੱਖ ਜਿਹੜਾ ਉਹ ਅੱਗ ਨਾਲ ਸੜਦਾ ਨਹੀਂ ਹੈ। ਉਹ ਸਾਇੰਟਿਸਟ ਖੋਜ ਕਰ ਰਹੇ ਨੇ, ਸ਼ਾਇਦ ਇਹ ਕੋਈ ਹੋਰ ਨਵੀਂ ਖਾਣੀ ਹੈ ਜਿਹਦੇ ਵਿੱਚੋਂ ਇਸ ਰੁੱਖ ਦੀ ਉਤਪਤੀ ਹੈ। ਹੋ ਸਕਦਾ ਉਤਪੁਜੀ ਹੋਵੇ, ਪਰ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਕਿੰਨੀਆਂ ਹੀ ਖਾਣੀਆਂ ਨੇ ਜੀਵ ਦੀ ਉਤਪਤੀ ਦੇ ਅਨੰਤ ਸਾਧਨ ਨੇ, ਕੇਵਲ 4 ਨਹੀਂ ਹਨ। ਇਸ ਕਰਕੇ ਹੁਕਮ ਨਾ ਕਹਿਆ ਜਾਈ। ਰੱਬ ਦੇ ਨਿਯਮ ਦਾ ਵਿਸਥਾਰ ਇੰਨਾ ਵੱਡਾ ਹੈ, ਸਾਰਾ ਵਿਸਥਾਰ ਕਿਹਾ ਹੀ ਨਹੀਂ ਜਾ ਸਕਦਾ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਜਿੰਨੇ ਵੀ ਜੀਵ ਨੇ ਸਾਰੇ ਹੁਕਮਾਂ 'ਚ ਪੈਦਾ ਹੁੰਦੇ ਨੇ। ਹੁਕਮੀ ਹੋਵਨ ਜੀ, ਹੁਕਮੀ ਮੈਨੇ ਨਿਯਮਾਂ ਦੇ ਵਿੱਚ, ਉਹਦੇ ਅਸੂਲਾਂ ਵਿੱਚ, ਜਿਹੜੇ ਉਹਨੇ ਨਿਯਮ ਰੂਲਸ ਬਣਾ ਦਿੱਤੇ। ਜਿਹੜਾ ਕੁਦਰਤ ਦਾ ਨਿਯਮ ਹੈ, ਕੁਦਰਤ ਦੀ ਨਿਯਮਾਵਲੀ ਕਹਿ ਲਓ, ਲਾਅ ਆਫ ਨੇਚਰ ਕਹਿ ਲਓ, ਜਾਂ ਰੱਬ ਦੇ ਨਿਯਮ ਕਹਿ ਲਓ। ਨਿਯਮਾਂ ਦੇ ਵਿੱਚ ਜੀਵਾਂ ਦੀ ਉਤਪਤੀ ਹੈ, ਨਿਯਮ ਤੋਂ ਬਾਹਰ ਨਹੀਂ। ਮਨੁੱਖੀ ਬੱਚਾ ਜਨਮ ਲੈਂਦਾ ਹੈ, ਉਹਦੇ ਪਿੱਛੇ ਇੱਕ ਨਿਯਮ ਕੰਮ ਕਰਦਾ ਹੈ। ਕੋਈ ਪਸ਼ੂ ਜਨਮ ਲੈਂਦਾ ਹੈ, ਉਹਦੇ ਪਿੱਛੇ ਕੋਈ ਨਿਯਮ ਕੰਮ ਕਰਦਾ ਹੈ। ਪੰਛੀ ਅੰਡੇ ਚੋਂ ਬਾਹਰ ਨਿਕਲਦਾ ਹੈ, ਇੱਕ ਨਿਯਮ ਕੰਮ ਕਰਦਾ ਹੈ। ਉਸ ਅੰਡੇ ਨੂੰ ਕਿੰਨੀ ਗਰਮੈਸ਼ ਦੇਣੀ ਹੈ, ਉਸ ਪੰਛੀ ਨੂੰ ਪਤਾ ਹੈ। ਪੰਛੀ ਜਿਹੜਾ ਹੈ ਉਸ ਅੰਡੇ ਨੂੰ ਓਨੀ ਕੁ ਗਰਮੈਸ਼ ਦਿੰਦਾ ਜਿਹਦੇ ਨਾਲ ਉਹਦਾ ਬੱਚਾ ਅੰਡੇ ਚੋਂ ਬਾਹਰ ਨਿਕਲ ਆਏ। ਇੱਕ ਨਿਯਮ ਹੈ ਨਾ। ਬਾਹਰ ਅੰਡਾ ਹਵਾ 'ਚ ਰੱਖਿਆ ਬੱਚਾ ਨਹੀਂ ਨਿਕਲਦਾ। ਜੇ ਉਹਦਾ ਨਿਯਮ ਹੈ ਗਰਮੈਸ਼, ਤੇ ਗਰਮੈਸ਼ ਨਾਲ ਨਿਕਲੇਗਾ। ਕੋਈ ਫ੍ਰਿਜ 'ਚ ਰੱਖ ਕੇ ਅੰਡੇ ਨੂੰ ਕਵੇ ਇਹਦੇ ਵਿੱਚੋਂ ਪੰਛੀ ਨਿਕਲ ਆਏ, ਨਹੀਂ ਹੋ ਸਕਦਾ। ਨਿਯਮ ਤੋਂ ਬਾਹਰ ਨਹੀਂ। ਤੇ ਕੋਈ ਇਹ ਸੋਚੇ ਗਰਮੈਸ਼ ਅੰਡੇ ਨੂੰ ਮਿਲਦੀ ਹੈ ਤਾਂ ਵਿੱਚੋਂ ਪੰਛੀ ਜਨਮ ਲੈਂਦਾ ਹੈ, ਚਲੋ ਅੰਡੇ ਨੂੰ ਪਾਣੀ 'ਚ ਉਬਾਲ ਦਿੰਦੇ ਹਾਂ, ਜਲਦੀ ਪੰਛੀ ਬਾਹਰ ਨਿਕਲ ਆਏਗਾ, ਤਾਂ ਵੀ ਨਹੀਂ ਹੋਏਗਾ। ਉਹਦੀ ਵੀ ਇੱਕ ਸੀਮਾ ਹੈ, ਕਿੰਨੀ ਗਰਮੈਸ਼, ਕਿੰਨੀ ਹੀਟ ਦੇਣੀ ਹੈ, ਜਿਸ ਹੀਟ ਵਿੱਚੋਂ ਕਿੰਨੇ ਡਿਗਰੀ ਹੀਟ ਔਰ ਕਿੰਨੇ ਸਮੇਂ ਲਈ ਦੇਣੀ ਹੈ ਤਾਂ ਕਿ ਉਹਦੇ ਵਿੱਚੋਂ ਪੰਛੀ ਬਾਹਰ ਆ ਸਕੇ। ਇੱਕ ਨਿਯਮ ਹੈ। ਇਨਸਾਨੀ ਬੱਚਾ ਪੈਦਾ ਹੁੰਦਾ, ਉਹਦੇ ਪਿੱਛੇ ਇੱਕ ਨਿਯਮ ਕੰਮ ਕਰਦਾ ਹੈ। ਉਹ ਨਿਯਮ ਕੀ ਹੈ? ਮਾਤਾ ਤੇ ਪਿਤਾ ਦੇ ਸੰਜੋਗ ਤੋਂ ਬੱਚੇ ਨੇ ਜਨਮ ਲੈਣਾ ਹੈ। ਚਾਹੇ ਉਹ ਸੰਜੋਗ ਬਾਹਰੀ ਰੂਪ 'ਚ ਹੋਵੇ, ਭਾਵੇਂ ਟੈਸਟ ਟਿਊਬ ਬੇਬੀ ਵੀ ਹੋ ਰਿਹਾ, ਉਹਦੇ ਪਿੱਛੇ ਵੀ ਕੋਈ ਲਾਅ, ਕੋਈ ਨਿਯਮ ਕੰਮ ਕਰਦਾ ਹੈ, ਕੋਈ ਰੂਲ ਕੰਮ ਕਰਦਾ ਹੈ। ਇਹ ਨਹੀਂ ਕਿ ਕਿਸੇ ਨੇ ਸੇਬ ਦੇ ਦਿੱਤਾ, ਸੇਬ ਖਾ ਲਓਗੇ ਤੇ ਬੱਚਾ ਹੋ ਜਾਏਗਾ। ਸੇਬ ਉਹਨਾਂ ਖਾ ਲਿਆ, ਪਰ ਜੇ ਮਾਤਾ ਪਿਤਾ ਦਾ ਸੰਜੋਗ ਨਾ ਹੋਵੇ, ਬੱਚਾ ਕਿਵੇਂ ਹੋਏਗਾ? ਨਹੀਂ ਹੋਏਗਾ। ਨਿਯਮ ਇਹ ਕਹਿੰਦਾ ਹੈ, ਗੁਰੂ ਜੀ ਦੀ ਬਾਣੀ ਕਹਿੰਦੀ ਹੈ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਪਿਤਾ ਦੇ ਸੰਜੋਗ ਤੋਂ ਬਿਨਾਂ ਬੱਚਾ ਹੋ ਹੀ ਨਹੀਂ ਸਕਦਾ। ਇੱਕ ਨਿਯਮ ਹੈ ਨਾ ਪਿੱਛੇ। ਜਦੋਂ ਇਸ ਨਿਯਮ ਦੀ ਸਮਝ ਆ ਜਾਏਗੀ, ਅਸੀਂ ਸੇਬਾਂ ਦੇ ਚੱਕਰਾਂ ਚੋਂ ਆਪ ਹੀ ਪਿੱਛੇ ਹਟ ਜਾਵਾਂਗੇ। ਹੁਕਮੀ ਹੋਵਨ ਜੀ, ਹੁਕਮ ਮਿਲਿਆ ਵਡਿਆਈ। ਜਿਹੜੇ ਮਾਣ ਸਤਿਕਾਰ ਵੀ ਮਿਲਣਾ ਸੰਸਾਰ ਦੇ ਵਿੱਚ, ਉਹਦੇ ਪਿੱਛੇ ਵੀ ਨਿਯਮ ਕੰਮ ਕਰਦਾ ਹੈ। ਮੈਂ ਤੁਹਾਡੀ ਇੱਜ਼ਤ ਕਰਾਂਗਾ, ਤੁਸੀਂ ਮੈਨੂੰ ਸਤਿਕਾਰ ਦਿਓਗੇ। ਮੈਂ ਤੁਹਾਨੂੰ ਚੰਗਾ ਕਹਾਂਗਾ, ਤੁਹਾਡੀ ਸਿਫਤ ਕਰਾਂਗਾ, ਤੁਸੀਂ ਮੈਨੂੰ ਇੱਜ਼ਤ ਦਿਓਗੇ। ਨਿਯਮਾਂ ਦੇ ਵਿੱਚ ਇੱਜ਼ਤ ਮਿਲੇਗੀ। ਮੈਂ ਤੁਹਾਨੂੰ ਕੌੜਾ ਬੋਲਾਂਗਾ, ਮੈਨੂੰ ਵਡਿਆਈ ਥੋੜ੍ਹੀ ਮਿਲੇਗੀ। ਮੈਂ ਤੁਹਾਡੇ ਘਰ ਆਵਾਂ, ਤੁਹਾਡੇ ਬਗੀਚੇ ਦੇ ਫੁੱਲ ਤੋੜ ਕੇ ਸੁੱਟਦਾ ਚਲਾ ਜਾਵਾਂ, ਤੁਹਾਡੇ ਘਰ ਦਾਖਲ ਹੋਵਾਂ, ਹੁਣ ਤੁਸੀਂ ਮੈਨੂੰ ਸਰੂਪਾ ਥੋੜ੍ਹੇ ਪਾਓਗੇ, ਇੱਜ਼ਤ ਥੋੜ੍ਹੇ ਦਿਓਗੇ। ਤੁਸੀਂ ਕੈਮਰੇ 'ਚ ਦੇਖ ਲਿਆ ਮੈਂ ਤੁਹਾਡੇ ਫੁੱਲ ਤੋੜ ਕੇ ਆ ਰਿਹਾ। ਹਾਂ, ਜੇ ਮੈਂ ਤੁਹਾਡੀ ਸਿਫਤ ਕਰਾਂਗਾ, ਤੁਹਾਡੇ ਸਹਿਯੋਗ ਕਰਾਂਗਾ, ਤੁਹਾਡੀ ਹੈਲਪ ਕਰਾਂਗਾ, ਤੇ ਤੁਸੀਂ ਮੈਨੂੰ ਇੱਜ਼ਤ ਦਿਓਗੇ। ਹੁਕਮ ਮਿਲੇ ਵਡਿਆਈ। ਇੱਜ਼ਤ ਵੀ ਜ਼ਿੰਦਗੀ 'ਚ ਜਿਹੜੀ ਮਿਲਣੀ ਹੈ, ਉਹਦੇ ਪਿੱਛੇ ਵੀ ਕੋਈ ਨਿਯਮ ਕੰਮ ਕਰਦਾ ਹੈ। ਮੈਨੂੰ ਸ਼ੁਭ ਗੁਣਾਂ ਦਾ ਧਾਰ ਨਹੀਂ ਹੋਣਾ ਪਏਗਾ ਜੇ ਮੈਂ ਇੱਜ਼ਤ ਖੱਟਣੀ ਹੈ। ਭਾਈ ਕਨ੍ਹਈਆ ਜੀ ਨੂੰ ਵਡਿਆਈ ਮਿਲੀ, ਉਹਨਾਂ ਨੇ ਗੁਰੂ ਜੀ ਦੀ ਬਾਣੀ ਨੂੰ ਕਮਾਇਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਿਆਂ 'ਚ ਰੱਬ ਹੈ, ਬਿਨਾਂ ਵਿਤਕਰੇ ਦੇ। ਸਿੱਖਾਂ ਵਿੱਚ ਤੇ ਜਿਹੜੇ ਸਿੱਖਾਂ ਨਾਲ ਲੜਨ ਆਏ ਨੇ, ਉਹਨਾਂ ਵਿੱਚੋਂ ਰੱਬ ਨੂੰ ਦੇਖਿਆ, ਸਭ ਨੂੰ ਇੱਕ ਸਾਰ ਪਾਣੀ ਪਿਲਾਇਆ। ਇਹ ਵਡਿਆਈ ਸਾਨੂੰ ਨਹੀਂ ਮਿਲੀ। ਸਾਨੂੰ ਕਿਉਂ ਨਹੀਂ ਮਿਲੀ? ਕਿਉਂਕਿ ਅਸੀਂ ਤੇ ਦੁਸ਼ਮਣ ਮਿੱਤਰ ਬਣਾਈ ਬੈਠੇ ਹਾਂ। ਇਹ ਮੇਰਾ ਮਿੱਤਰ ਹੈ, ਉਹ ਦੁਸ਼ਮਣ ਹੈ। ਭਾਈ ਕਨ੍ਹਈਆ ਜੀ ਨੂੰ ਵਡਿਆਈ ਇਸ ਕਰਕੇ ਮਿਲੀ, ਉਹਨਾਂ ਨੇ ਗੁਰੂ ਜੀ ਦੀ ਬਾਣੀ ਨੂੰ ਕਮਾਇਆ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਉਹਨਾਂ ਨੂੰ ਵਡਿਆਈ ਮਿਲ ਗਈ। ਜੇ ਅਸੀਂ ਵੀ ਗੁਰੂ ਜੀ ਦੀ ਬਾਣੀ ਨੂੰ ਜ਼ਿੰਦਗੀ 'ਚ ਕਮਾਵਾਂਗੇ, ਸਾਨੂੰ ਵੀ ਵਡਿਆਈ ਮਿਲ ਜਾਏਗੀ। ਹੁਕਮ ਮਿਲੇ ਵਡਿਆਈ, ਇੱਜ਼ਤ ਵੀ ਮਿਲੇਗੀ। ਉਹਦੇ ਪਿੱਛੇ ਕੋਈ ਨਿਯਮ ਕੰਮ ਕਰਦਾ ਹੋਏਗਾ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਰੱਬੀ ਹੁਕਮਾਂ ਦੇ ਵਿੱਚ, ਉਹਦੇ ਨਿਯਮਾਂ ਦੇ ਵਿੱਚ ਹੀ ਕੋਈ ਮਨੁੱਖ ਉੱਤਮ ਤੇ ਕੋਈ ਨੀਚ ਹੋ ਜਾਂਦਾ ਹੈ। ਜਿਹੜਾ ਸਤ ਸੰਤੋਖ ਦਇਆ ਧਰਮ ਧੀਰਜ ਦਾ ਧਾਰਨੀ ਹੈ,
ਜਿਹਦੇ ਅੰਦਰ ਦਇਆ ਹੈ, ਸੰਤੋਖ ਹੈ, ਪ੍ਰੇਮ ਹੈ, ਉਹ ਤੇ ਇਸ ਸੰਸਾਰ ਦੇ ਵਿੱਚ ਉੱਤਮ ਹੋ ਨਿਬੜਦਾ ਹੈ। ਉਹਦੇ ਪਿੱਛੇ ਨਿਯਮ ਕੰਮ ਕਰਦਾ ਹੈ, ਉਹਦੇ ਅੰਦਰ ਚੰਗੇ ਗੁਣ ਹਨ, ਇਸ ਕਰਕੇ ਉਹ ਸ੍ਰੇਸ਼ਟ ਹੈ। ਤੇ ਨੀਚ ਕਿਹੜਾ ਹੈ? ਜਿਹੜਾ ਕ੍ਰੋਧੀ ਹੈ, ਹੰਕਾਰੀ ਹੈ, ਝੂਠ ਬੋਲ ਰਿਹਾ ਹੈ, ਗਰੀਬਾਂ ਦਾ ਹੱਕ ਮਾਰ ਰਿਹਾ ਹੈ। ਹੁਣ ਉੱਚ ਤੇ ਨਹੀਂ ਹੋ ਸਕਦਾ ਨਾ, ਉਹ ਨੀਚ ਬਿਰਤੀ ਵਾਲਾ ਹੈ। ਨਿਯਮ ਕਹਿੰਦਾ ਹੈ ਜਿਹੜਾ ਗੁਣਾਂ ਨੂੰ ਧਾਰਨ ਕਰੇਗਾ ਉਹ ਸ੍ਰੇਸ਼ਟ ਹੋ ਜਾਏਗਾ, ਜਿਹੜਾ ਵਿਕਾਰਾਂ 'ਚ ਫਸ ਜਾਏਗਾ ਉਹ ਨੀਚ ਹੋ ਜਾਏਗਾ। ਨਿਯਮ ਪੌੜੀਆਂ ਨੇ, ਚਾਹੇ ਕੋਈ ਇੱਕ ਇੱਕ ਪੌੜੀ ਉੱਚਾ ਚੜ੍ਹ ਕੇ ਉੱਤਮ ਹੋ ਜਾਏ, ਚਾਹੇ ਇੱਕ ਇੱਕ ਪੌੜੀ ਨੀਵਾਂ ਉਤਰ ਕੇ ਨੀਵਾਂ ਹੋ ਜਾਏ, ਚਾਹੇ ਕੋਈ ਗੁਣਾਂ ਦੀ ਪੌੜੀ ਚੜ੍ਹ ਕੇ ਉੱਤਮ ਹੋ ਜਾਏ, ਚਾਹੇ ਔਗੁਣਾਂ ਦੀ ਪੌੜੀ ਉਤਰ ਕੇ ਔਗੁਣਾਂ 'ਚ ਫਸ ਕੇ ਨੀਚ ਹੋ ਜਾਏ। ਇੱਕ ਨਿਯਮ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਹੁਣ ਅਸੀਂ ਕਹਿੰਦੇ ਹਾਂ ਰੱਬ ਨੇ ਹੁਕਮ ਲਿਖੇ ਨੇ, ਉਹਨੇ ਨਿਯਮ ਲਿਖੇ ਨੇ, ਉਹਦੇ ਨਿਯਮਾਂ ਦੇ ਵਿੱਚ ਹੀ ਕੋਈ ਉੱਤਮ ਹੈ, ਕੋਈ ਨੀਚ ਹੈ, ਕਿਸੇ ਨੂੰ ਸੁੱਖ, ਕਿਸੇ ਨੂੰ ਦੁੱਖ ਮਿਲ ਜਾਂਦਾ ਹੈ। ਅਸੀਂ ਦੋਸ਼ ਮੁਕਤ ਹੋ ਜਾਂਦੇ ਹਾਂ। ਅਸੀਂ ਗਲਤ ਕੰਮ ਕਰਦੇ ਹਾਂ, ਸਾਰਾ ਦੋਸ਼ ਪ੍ਰਭੂ ਤੇ ਮੜ ਦਿੰਦੇ ਹਾਂ। ਪ੍ਰਭੂ ਨੇ ਕਿਹਾ ਸ਼ਰਾਬਾਂ ਪੀਵੀ ਜਾਓ, ਨੀਚ ਬਣ ਜਾਓ। ਰੱਬ ਨੇ ਲਿਖਿਆ ਸਾਡੀ ਕਿਸਮਤ ਵਿੱਚ ਜੂਆ ਖੇਡੋ ਤੇ ਤੁਸੀਂ ਨੀਚ ਬਣ ਜਾਓ। ਰੱਬ ਨੇ ਲਿਖਿਆ ਸਾਡੀ ਕਿਸਮਤ ਵਿੱਚ ਕ੍ਰੋਧ ਕਰੀ ਜਾਓ, ਸੜੀ ਜਾਓ, ਝਗੜਿਆਂ 'ਚ ਫਸੀ ਜਾਓ, ਜੇਲਾਂ ਕੱਟੀ ਜਾਓ। ਫਿਰ ਉਹ ਦਿਆਲੂ ਤੇ ਨਹੀਂ ਹੋਇਆ ਨਾ, ਫਿਰ ਉਹ ਤਾਂ ਨਿਰਵੈਰ ਤੇ ਨਹੀਂ ਹੋਇਆ, ਪੱਖਪਾਤ ਕਰ ਰਿਹਾ ਨਾ। ਕਿਸੇ ਨੂੰ ਤੇ ਉਹ ਸ੍ਰੇਸ਼ਟ ਬਣਾ ਦਿੱਤਾ ਉਹਨੇ, ਕਿਸੇ ਨੂੰ ਨੀਚ ਕਰ ਦਿੱਤਾ, ਫਿਰ ਪੱਖਪਾਤ ਕਰ ਰਿਹਾ। ਅਸੀਂ ਕਹਿੰਦੇ ਹਾਂ ਰੱਬ ਨਿਰਵੈਰ ਹੈ। ਅਸੀਂ ਕਹਿੰਦੇ ਹਾਂ ਵੀ ਗੁਰੂ ਜੀ ਸਾਨੂੰ ਕਹਿ ਕੇ ਗਏ ਨੇ ਰੱਬ ਦਿਆਲੂ ਹੈ। ਫਿਰ ਉਹ ਤੇ ਅਤਿਆਚਾਰੀ ਹੋਏਗਾ, ਦਿਆਲੂ ਥੋੜ੍ਹੀ ਹੋਏਗਾ। ਉਹ ਤੇ ਪੱਖਪਾਤੀ ਹੋਏਗਾ, ਨਿਰਵੈਰ ਥੋੜ੍ਹੀ ਹੋਏਗਾ। ਰੱਬ ਨਹੀਂ ਲਿਖ ਰਿਹਾ, ਹੁਕਮ ਲਿਖ। ਉਸ ਨਿਯਮਾਂ ਦੇ ਵਿੱਚ ਜੋ ਅਸੀਂ ਲਿਖ ਰਹੇ ਹਾਂ ਉਹਦੇ ਮੁਤਾਬਕ ਹੀ ਸਾਨੂੰ ਸੁੱਖ ਤੇ ਦੁੱਖ ਪ੍ਰਾਪਤ ਹੁੰਦੇ ਨੇ। ਉਹਦੇ ਨਿਯਮਾਂ ਦੇ ਵਿੱਚ ਜੋ ਅਸੀਂ ਲਿਖ ਰਹੇ ਹਾਂ, ਕਿਵੇਂ ਲਿਖ ਰਹੇ ਹਾਂ? ਜੋ ਸਾਡੀ ਸੋਚ ਵਿੱਚ ਵਿਚਾਰ ਪੈਦਾ ਹੋ ਗਿਆ, ਲਿਖਿਆ ਗਿਆ। ਕੋਈ ਵੀ ਕਰਮ ਕਰਨ ਤੋਂ ਪਹਿਲਾਂ ਸੰਕਲਪ ਉੱਠਦਾ ਹੈ, ਸੰਕਲਪ ਫਿਰ ਕਰਮ ਬਣਦਾ ਹੈ। ਪਹਿਲਾਂ ਵਿਚਾਰ ਉੱਠਦਾ ਹੈ। ਐਵੇਂ ਕੋਈ ਸ਼ਰਾਬ ਨਹੀਂ ਪੀ ਲੈਂਦਾ, ਪਹਿਲਾਂ ਵਿਚਾਰ ਉੱਠਦਾ ਮੈਂ ਸ਼ਰਾਬ ਪੀਵਾਂ, ਫਿਰ ਉਹ ਸ਼ਰਾਬ ਪੀਂਦਾ ਹੈ। ਐਵੇਂ ਕੋਈ ਗੁਰਦੁਆਰੇ ਨਹੀਂ ਆ ਜਾਂਦਾ, ਪਹਿਲਾਂ ਉਹਦੇ ਅੰਦਰ ਸੰਕਲਪ ਉੱਠਦਾ ਮੈਂ ਗੁਰਦੁਆਰੇ ਜਾਵਾਂ, ਫਿਰ ਗੁਰਦੁਆਰੇ ਜਾਂਦਾ ਹੈ। ਪਹਿਲਾਂ ਵਿਚਾਰ ਉੱਠਦਾ ਹੈ। ਜਿਹੜਾ ਵਿਚਾਰ ਮਤ ਵਿੱਚ ਪੈਦਾ ਹੋ ਗਿਆ ਉਹ ਲਿਖਿਆ ਗਿਆ। ਅਸੀਂ ਲਿਖ ਲਿਆ ਵਿਚਾਰ। ਅਸੀਂ ਨਸ਼ੇ ਕਰਨੇ ਨੇ, ਵਿਚਾਰ ਲਿਖ ਲਿਆ ਕਿ ਅਸੀਂ ਨਸ਼ੇ ਕਰਨੇ ਨੇ। ਅਸੀਂ ਧਰਮ ਵਾਲੇ ਪਾਸੇ ਜਾਣੇ, ਵਿਚਾਰ ਲਿਖ ਲਿਆ ਅਸੀਂ ਧਰਮੀ ਹੋਣਾ ਹੈ। ਤੇ ਜਦੋਂ ਕੋਈ ਸੰਕਲਪ ਉੱਠਦਾ ਹੈ ਉਹ ਵਿਚਾਰ ਅੱਗੋਂ ਕਰਮ ਬਣ ਜਾਂਦਾ ਹੈ। ਜਦੋਂ ਅਸੀਂ ਇਸ ਵਿਚਾਰ ਨੂੰ ਪ੍ਰੈਕਟੀਕਲ ਕਰਦੇ ਹਾਂ ਫਿਰ ਉਹ ਕਰਮ ਹੋ ਜਾਂਦਾ ਹੈ। ਜਦੋਂ ਕੋਈ ਬਾਰ-ਬਾਰ ਕਰਮ ਕਰੀ ਜਾਂਦਾ ਹੈ, ਉਹ ਕਰਮ ਸਾਡੀ ਜ਼ਿੰਦਗੀ ਦਾ ਹਿੱਸਾ ਹੋ ਜਾਂਦਾ ਹੈ, ਸੰਸਕਾਰ ਬਣ ਜਾਂਦਾ ਹੈ, ਸਾਡਾ ਸੁਭਾਅ ਹੋ ਜਾਂਦਾ ਹੈ। ਇੱਕ ਕਰਮ ਬਾਰ-ਬਾਰ ਕੀਤਿਆਂ ਸਾਡਾ ਸੁਭਾਅ ਬਣ ਜਾਂਦਾ ਹੈ, ਪੱਕ ਜਾਂਦਾ ਹੈ। ਉਹ ਜਿਹੜਾ ਸੁਭਾਅ ਹੈ ਉਹ ਸੁਭਾਅ ਸਾਡਾ ਸੰਸਕਾਰ ਹੈ। ਤੇ ਜੋ ਸਾਡਾ ਸੰਸਕਾਰ ਹੈ ਉਹ ਅਸੀਂ ਹਾਂ। ਜੋ ਸਾਡੇ ਕੰਮ ਨੇ ਉਹ ਅਸੀਂ ਹਾਂ। ਜੇ ਮੇਰੇ ਮਨ ਦੇ ਵਿੱਚ ਵਿਚਾਰ ਉੱਠਿਆ ਕ੍ਰੋਧ ਕਰਾਂ, ਉਹਨੂੰ ਮੈਂ ਪ੍ਰੈਕਟੀਕਲ ਰੂਪ ਦਿੱਤਾ, ਮੈਂ ਕ੍ਰੋਧ ਕੀਤਾ, ਲੜਾਈ ਝਗੜਾ ਕੀਤਾ, ਇੱਕ ਦਿਨ ਕੀਤਾ, 2 ਦਿਨ ਕੀਤਾ, ਰੋਜ਼ ਕ੍ਰੋਧ ਕਰਦਾ, ਰੋਜ਼ ਗੁੱਸਾ ਕਰਦਾ, ਫਿਰ ਉਹ ਮੇਰਾ ਸੁਭਾਅ ਬਣ ਜਾਏਗਾ। ਜਦੋਂ ਮੇਰਾ ਗੁੱਸਾ ਸੁਭਾਅ ਬਣ ਜਾਏਗਾ ਫਿਰ ਅੱਗੋਂ ਉਹ ਮੈਂ ਹੋਵਾਂਗਾ। ਲੋਕ ਕਹਿਣਗੇ ਉਹ ਫਲਾਣਾ ਬੰਦਾ ਤੇ ਕ੍ਰੋਧੀ ਹੈ, ਉਹ ਤੇ ਝਗੜਾਲੂ ਹੈ। ਪਰ ਜੇ ਵਿਚਾਰ ਉੱਠੇਗਾ ਮੈਂ ਮਿੱਠਾ ਬੋਲਾਂ, ਉਸ ਵਿਚਾਰ ਨੂੰ ਮੈਂ ਪ੍ਰੈਕਟੀਕਲ ਕਰਾਂਗਾ, ਮੈਂ ਮਿੱਠਾ ਬੋਲਾਂਗਾ, ਅੱਜ ਬੋਲਾਂਗਾ, ਕੱਲ ਬੋਲਾਂਗਾ, ਰੋਜ਼ ਬੋਲਾਂਗਾ। ਉਹ ਕੀਤਾ ਹੋਇਆ ਬਾਰ-ਬਾਰ ਕਰਮ, ਬਾਰ-ਬਾਰ ਅਭਿਆਸ ਮੇਰਾ ਸੁਭਾਅ ਬਣ ਜਾਏਗਾ। ਸੁਭਾਅ ਮੇਰਾ ਸੰਸਕਾਰ ਹੋ ਜਾਏਗਾ। ਜੋ ਮੇਰਾ ਸੰਸਕਾਰ ਹੈ ਉਹ ਮੈਂ ਹਾਂ। ਲੋਕ ਕਹਿਣਗੇ ਫਲਾਣਾ ਬੜਾ ਮਿੱਠ ਬੋਲਦਾ ਹੈ, ਬੜਾ ਮਿੱਠਾ ਬੋਲਦਾ ਹੈ, ਕੰਨਾਂ ਦੇ ਵਿੱਚ ਰਸ ਘੋਲ ਦਿੰਦਾ ਹੈ। ਇਹਨੂੰ ਇੱਕ ਲਾਈਨ ਵਿੱਚ ਕਹਿਣਾ ਹੋਵੇ, ਜੋ ਅਸੀਂ ਸੋਚਦੇ ਹਾਂ ਉਹ ਅਸੀਂ ਹੁੰਦੇ ਹਾਂ। ਅਸੀਂ ਹੀ ਲਿਖ ਰਹੇ ਹਾਂ। ਹੁਕਮ ਲਿਖ, ਰੱਬੀ ਨਿਯਮਾਂ ਵਿੱਚ ਅਸੀਂ ਆਪਣੇ ਵਿਚਾਰ ਲਿਖਦੇ ਹਾਂ, ਪ੍ਰੈਕਟੀਕਲ ਕਰਦੇ ਹਾਂ। ਦੁੱਖ ਸੁੱਖ ਪਾਈਏ, ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਨੇ ਉਹੋ ਜਿਹੇ ਸਾਨੂੰ ਸੁੱਖ ਜਾਂ ਦੁੱਖ ਮਿਲ ਜਾਂਦੇ ਨੇ। ਬੁਰੇ ਵਿਚਾਰਾਂ ਵਿੱਚੋਂ ਦੁੱਖ ਪੈਦਾ ਹੋ ਜਾਂਦੇ ਨੇ, ਚੰਗੇ ਵਿਚਾਰ ਅਸੀਂ ਲਿਖ ਲੈਂਦੇ ਹਾਂ, ਪ੍ਰੈਕਟੀਕਲ ਕਰਦੇ ਹਾਂ ਤੇ ਸੁੱਖ ਪੈਦਾ ਹੋ ਜਾਂਦੇ ਨੇ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ। ਇੱਕ ਨਾ ਮੈਨੇ ਕਈਆਂ ਨੂੰ ਹੁਕਮੀ ਬਖਸ਼ੀਸ। ਹੁਕਮੀ ਮੈਨੇ ਰੱਬੀ ਨਿਯਮਾਂ ਦੇ ਵਿੱਚ, ਕੁਦਰਤ ਦੀ ਨਿਯਮਾਵਲੀ ਦੇ ਵਿੱਚ, ਲਾਅ ਆਫ ਨੇਚਰ ਦੇ ਵਿੱਚ ਕਈਆਂ ਨੂੰ ਕੁਦਰਤ ਦੇ ਨਿਯਮਾਂ ਦੇ ਵਿੱਚ ਬਖਸ਼ਿਸ਼ ਮਿਲ ਜਾਂਦੀ ਹੈ। ਉਹ ਬਖਸ਼ਿਸ਼ ਦੇ ਪਾਤਰ ਹੋ ਜਾਂਦੇ ਨੇ।
ਨਿਯਮਾਂ ਦੇ ਵਿੱਚ, ਮਾਨੋ ਨਿਯਮਾਂ ਦੇ ਵਿੱਚ ਕਿਸੇ ਬੱਚੇ ਨੇ ਸਕੂਲ ਵਿੱਚ ਪੜ੍ਹਾਈ ਕੀਤੀ, ਡਿਸਿਪਲਿਨ ਦੇ ਵਿੱਚ ਰਿਹਾ, ਉਹਦੀ ਰਾਈਟਿੰਗ ਬੜੀ ਸੋਹਣੀ ਸੀ, ਟੀਚਰਾਂ ਦਾ ਉਹਨੇ ਸਤਿਕਾਰ ਕੀਤਾ, ਉਹਨਾਂ ਦੀ ਹਰ ਗੱਲ ਨੂੰ ਸੁਣਿਆ, ਚੰਗੀ ਤਰ੍ਹਾਂ ਪੜ੍ਹਿਆ, ਜਦੋਂ ਪੇਪਰ ਹੋਏ ਉਹਨੇ ਐਗਜ਼ਾਮ ਵਧੀਆ ਨੰਬਰ ਲੈ ਕੇ ਪਾਸ ਕੀਤੇ, ਫਿਰ ਉਹਨੂੰ ਬਾਅਦ ਵਿੱਚ ਇਨਾਮ ਮਿਲਿਆ, ਉਹ ਪਾਸ ਹੋਇਆ, ਉਹਨੂੰ ਬਾਅਦ ਵਿੱਚ ਡਿਗਰੀ ਮਿਲੀ, ਬਖਸ਼ਿਸ਼ ਮਿਲ ਗਈ। ਹੁਣ ਕੋਈ ਪਿਤਾ ਚਾਹੇਗਾ ਮੇਰਾ ਪੁੱਤਰ ਫੇਲ ਹੋਵੇ? ਕੋਈ ਪਿਤਾ ਚਾਹੇਗਾ ਮੇਰਾ ਪੁੱਤਰ ਨਲਾਇਕ ਹੋਵੇ? ਨਹੀਂ ਚਾਹੇਗਾ ਨਾ। ਰੱਬ ਤੇ ਸਾਡਾ ਪਿਤਾ ਹੈ, ਏਕ ਪਿਤਾ ਏਕਸ ਕੀ ਹਮ ਬਾਰਕ। ਫਿਰ ਰੱਬ ਪਿਤਾ ਕਿਉਂ ਚਾਹੇਗਾ ਅਸੀਂ ਨਲਾਇਕ ਹੋਈਏ, ਅਸੀਂ ਜ਼ਿੰਦਗੀ 'ਚ ਫੇਲ ਹੋਈਏ? ਰੱਬ ਪਿਤਾ ਕਿਉਂ ਚਾਹੇਗਾ? ਇੱਕ ਪਿਤਾ ਦੇ ਦੋ ਪੁੱਤਰ ਨੇ, ਇੱਕ ਪੁੱਤਰ ਚੰਗੀ ਤਰ੍ਹਾਂ ਪੜ੍ਹਾਈ ਕਰਦਾ ਹੈ, ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ, ਡਾਕਟਰ ਬਣ ਜਾਂਦਾ ਹੈ, ਹਸਪੀਟਲ ਖੋਲ੍ਹ ਲੈਂਦਾ ਹੈ, ਮਾਣ ਸਤਿਕਾਰ ਦੁਨੀਆ ਵਿੱਚ ਲੈਂਦਾ ਹੈ। ਦੂਜਾ ਪੁੱਤਰ ਉਹ ਵੀ ਸਕੂਲ ਜਾਂਦਾ ਹੈ, ਪਰ ਉਹਨੇ ਡਿਸਿਪਲਿਨ ਤੋੜ ਦਿੱਤਾ, ਕਲਾਸਾਂ ਵਿੱਚ ਜਾਂਦਾ ਨਹੀਂ ਹੈ, ਟੀਚਰਾਂ ਦਾ ਸਤਿਕਾਰ ਨਹੀਂ ਕਰਦਾ, ਪੜ੍ਹਾਈ ਉਹ ਕਰਦਾ ਨਹੀਂ ਹੈ। ਉਹਦੀ ਜਿਹੜੀ ਸੰਗਤ ਹੈ ਉਹ ਬੁਰੇ ਬੱਚਿਆਂ ਦੇ ਨਾਲ ਹੋ ਗਈ, ਬੁਰੀ ਸੰਗਤ ਦੇ ਵਿੱਚੋਂ ਨਸ਼ੇ ਕਰਨ ਲੱਗ ਪਿਆ, ਸ਼ਰਾਬਾਂ ਪੀਣ ਲੱਗ ਪਿਆ, ਜੂਆ ਖੇਡਣ ਲੱਗ ਪਿਆ, ਲੜਾਈ ਝਗੜੇ ਕਰਨ ਲੱਗ ਪਿਆ। ਇੱਕ ਦਿਨ ਐਸਾ ਆਇਆ ਕਿਸੇ ਚੋਰੀ ਦੇ ਇਲਜ਼ਾਮ ਦੇ ਵਿੱਚ ਉਹ ਜੇਲ੍ਹ 'ਚ ਸੜ ਰਿਹਾ। ਹੁਣ ਪਿਤਾ ਚਾਹੁੰਦਾ ਸੀ ਕਿ ਮੇਰਾ ਪੁੱਤਰ ਜੇਲ੍ਹ 'ਚ ਸੜੇ। ਪਿਤਾ ਨੇ ਤੇ ਆਪਣੇ ਦੋਨਾਂ ਪੁੱਤਰਾਂ ਨੂੰ ਇੱਕੋ ਜਿਹੇ ਬਰਾਬਰ ਮੌਕੇ ਦਿੱਤੇ। ਇੱਕ ਪੁੱਤਰ ਨੇ ਮੌਕੇ ਨੂੰ ਸੰਭਾਲ ਲਿਆ, ਦੂਜੇ ਨੇ ਗਵਾ ਲਿਆ। ਰੱਬੀ ਨਿਯਮਾਂ ਦੇ ਵਿੱਚ ਇੱਕ ਨਾ ਹੁਕਮੀ ਬਖਸ਼ੀਸ਼, ਕਈਆਂ ਨੂੰ ਰੱਬੀ ਹੁਕਮਾਂ ਵਿੱਚ ਨਿਯਮਾਂ ਦੇ ਵਿੱਚ ਬਖਸ਼ਿਸ਼ ਮਿਲ ਜਾਂਦੀ ਹੈ, ਉਹ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ, ਸ਼ੁਭ ਗੁਣਾਂ ਨੂੰ ਧਾਰਨ ਕਰਕੇ ਇੱਜ਼ਤ ਮਾਣ ਖੱਟ ਲੈਂਦੇ ਨੇ। ਇੱਕ ਹੁਕਮੀ ਸਦਾ ਭਵਾਈਆਂ। ਕੁਝ ਐਸੇ ਜੀਵ ਨੇ ਜਿਹੜੇ ਨਿਯਮਾਂ ਦੇ ਮੁਤਾਬਕ ਭਟਕਾਏ ਜਾਂਦੇ ਨੇ। ਰੱਬ ਨਹੀਂ ਭਟਕਾ ਰਿਹਾ, ਉਹਨਾਂ ਨਿਯਮਾਂ ਦੇ ਮੁਤਾਬਕ ਭਟਕਾਏ ਜਾਂਦੇ ਨੇ ਜਿਹੜੇ ਰੱਬੀ ਨਿਯਮਾਂ ਤੋਂ ਦੂਰ ਚਲੇ ਜਾਂਦੇ ਨੇ, ਸ਼ੁਭ ਗੁਣਾਂ ਤੋਂ ਦੂਰ ਚਲੇ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਭਟਕਣਾ ਆ ਜਾਂਦੀ ਹੈ। ਭਵਾਈਆਂ ਭਟਕਣਾ ਹੈ ਕੀ? ਭਟਕਣਾ ਹੈ ਏਮਲੈਸ ਜ਼ਿੰਦਗੀ, ਜਿਸ ਜ਼ਿੰਦਗੀ ਦਾ ਮਨੋਰਥ ਕੋਈ ਨਾ ਹੋਵੇ। ਮੰਨ ਲਓ ਜਿਵੇਂ ਕੋਈ ਕਿਸ਼ਤੀ ਹੋਵੇ, ਉਹਦੇ 'ਚ ਨਾ ਮਲਾਹ ਹੋਵੇ ਤੇ ਨਾ ਚੱਪੂ ਹੋਵੇ। ਦਰਿਆ ਦੀ ਇੱਕ ਲਹਿਰ ਆਏ, ਕਿਸ਼ਤੀ ਨੂੰ ਰੋੜ ਕੇ ਇੱਧਰ ਲੈ ਜਾਏ, ਦਰਿਆ ਦੀ ਦੂਜੀ ਲਹਿਰ ਆਏ, ਕਿਸ਼ਤੀ ਨੂੰ ਰੋੜ ਕੇ ਦੂਜੇ ਪਾਸੇ ਲੈ ਜਾਏ। ਉਸ ਕਿਸ਼ਤੀ ਦਾ ਕੋਈ ਟਿਕਾਣਾ ਨਹੀਂ ਹੈ, ਜਿੱਧਰ ਲਹਿਰ ਲੈ ਜਾਂਦੀ ਉੱਧਰ ਭਟਕ ਜਾਂਦੀ ਹੈ। ਸਾਡੀ ਜ਼ਿੰਦਗੀ ਉਸ ਕਿਸ਼ਤੀ ਵਰਗੀ ਹੈ ਜਿਹਦਾ ਮਕਸਦ ਕੋਈ ਨਹੀਂ ਹੈ, ਜਿਹਦਾ ਨਿਸ਼ਾਨਾ ਕੋਈ ਨਹੀਂ ਹੈ। ਸੁੱਤੇ ਹਾਂ ਤੇ ਸੁੱਤੇ ਹੀ ਹੋਏ ਹਾਂ, ਸਾਰਾ ਦਿਨ ਸੁੱਤੇ ਹੀ ਹਾਂ। ਜੇ ਟੀਵੀ ਦੇਖਣ ਲੱਗੇ ਹਾਂ ਤੇ ਸਾਰਾ ਦਿਨ ਟੀਵੀ ਦੇਖੀ ਜਾ ਰਹੇ ਹਾਂ। ਜੇ ਹਾਸਾ ਮਜ਼ਾਕ ਕਰ ਰਹੇ ਹਾਂ ਤੇ ਸਾਰਾ ਦਿਨ ਉਹੀ ਚੱਲ ਰਿਹਾ ਹੈ। ਜੇ ਕਿਸੇ ਦੁੱਖ 'ਚ ਗਮ 'ਚ ਫਸ ਕੇ ਰੋਣ ਬੈਠੇ ਤੇ ਸਾਰਾ ਦਿਨ ਰੋਈ ਚਲੇ ਜਾਂਦੇ ਹਾਂ। ਏਮ ਨਹੀਂ ਹੈ ਨਾ ਜ਼ਿੰਦਗੀ ਦਾ ਕਿ ਕੀ ਕਰਨਾ, ਅਸੀਂ ਕੀ ਕਰਨ ਆਏ ਹਾਂ। ਸਾਡੀ ਜ਼ਿੰਦਗੀ ਉਸ ਕਿਸ਼ਤੀ ਵਰਗੀ ਹੈ ਜਿਹਦੇ 'ਚ ਨਾ ਮਲਾਹ ਨਾ ਚੱਪੂ। ਪਰ ਜਦੋਂ ਕਿਸ਼ਤੀ ਨੂੰ ਮਲਾਹ ਮਿਲ ਜਾਂਦਾ ਹੈ, ਚੱਪੂ ਮਿਲ ਜਾਂਦਾ ਹੈ, ਉਸ ਕਿਸ਼ਤੀ ਨੂੰ ਇੱਕ ਨਿਸ਼ਾਨਾ ਮਿਲ ਜਾਂਦਾ ਹੈ। ਕਿਸ਼ਤੀ ਆਪਣੀ ਮੰਜ਼ਿਲ ਵੱਧ ਤੁਰਦੀ ਹੈ ਤੇ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੀ ਹੈ। ਜਿਹੜਾ ਮਨੁੱਖ ਆਪਣੀ ਜ਼ਿੰਦਗੀ 'ਚ ਕੋਈ ਮਕਸਦ ਲੈ ਲੈਂਦਾ ਹੈ ਕਿ ਮੈਂ ਆਹ ਮੇਰਾ ਗੋਲ ਹੈ, ਮੈਂ ਫਿਕਸ ਕਰ ਲਿਆ, ਮੈਂ ਇੱਥੇ ਤੱਕ ਪਹੁੰਚਣਾ ਹੈ, ਆਹ ਮੇਰੀ ਮੰਜ਼ਿਲ ਹੈ, ਮੈਂ ਇਸ ਮੰਜ਼ਿਲ ਤੱਕ ਪਹੁੰਚਣਾ ਹੈ। ਫਿਰ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਉਦਮ ਕਰਦਾ ਹੈ, ਐਫਰਟਸ ਕਰਦਾ ਹੈ, ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਭਟਕਦਾ ਨਹੀਂ ਹੈ। ਗੁਰੂ ਜੀ ਨੇ ਸਾਨੂੰ ਮੰਜ਼ਿਲ ਦੇ ਦਿੱਤੀ ਧਰਮ ਦੀ ਦੁਨੀਆ ਵਿੱਚ। ਕਿਵੇਂ ਸਚਿਆਰਾ ਹੋਈ ਹੈ, ਸਚਿਆਰ ਕਿਵੇਂ ਬਣਨਾ, ਤੂੰ ਰੱਬ ਕਿਵੇਂ ਬਣਨਾ, ਆ ਤੈਨੂੰ ਮੰਜ਼ਿਲ ਦੇ ਦਿਆਂ। ਇਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਤੈਨੂੰ ਹੁਕਮ ਦੇ ਵਿੱਚ ਆਉਣਾ ਪੈਣਾ, ਰੱਬੀ ਨਿਯਮਾਂ ਨੂੰ ਧਾਰਨ ਕਰਨਾ ਪੈਣਾ, ਸਤ ਸੰਤੋਖ ਦਇਆ ਧਰਮ ਧੀਰਜ ਨੂੰ ਧਾਰਨ ਕਰਨਾ ਪੈਣਾ। ਇਹ ਗੁਣ ਤੈਨੂੰ ਸਚਿਆਰ ਬਣਾ ਦੇਣਗੇ। ਪਰ ਜਿਹੜੇ ਰੱਬੀ ਗੁਣਾਂ ਤੋਂ ਵਿਛੜ ਜਾਂਦੇ ਨੇ, ਮੁਨਕਰ ਹੋ ਜਾਂਦੇ ਨੇ, ਉਹ ਫਿਰ ਭਟਕਾਏ ਜਾਂਦੇ, ਭਾਵ ਉਹ ਫਿਰ ਵਿਕਾਰਾਂ 'ਚ ਭਟਕਦੇ ਨੇ। ਉਹਨਾਂ ਦੀ ਜ਼ਿੰਦਗੀ ਦਾ ਮਕਸਦ ਕੋਈ ਨਹੀਂ ਹੁੰਦਾ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ, ਉਹ ਫਿਰ ਰੱਬੀ ਨਿਯਮਾਂ 'ਚ ਭਟਕਾਏ ਜਾਂਦੇ ਨੇ। ਅਸੀਂ ਕਹਿੰਦੇ ਹਾਂ ਵੀ ਰੱਬ ਨੇ ਭਟਕਾਇਆ ਹੈ, ਉਹੀ ਕਿਸੇ ਨੂੰ ਬਖਸ਼ਿਸ਼ ਦੇ ਦਿੰਦਾ ਹੈ, ਉਹੀ ਕਿਸੇ ਨੂੰ ਭਟਕਾ ਦਿੰਦਾ ਹੈ, ਕਿਸੇ ਨੂੰ ਅਮੀਰ ਕਰ ਦਿੰਦਾ ਹੈ, ਕਿਸੇ ਨੂੰ ਗਰੀਬ ਕਰ ਦਿੰਦਾ ਹੈ। ਇਹ ਸਾਡੇ ਸਮਾਜ ਦਾ ਤਾਣਾ ਬਾਣਾ ਹੈ ਜਿਹਦੇ 'ਚ ਕੋਈ ਅਮੀਰ ਤੇ ਕੋਈ ਗਰੀਬ ਹੋ ਰਿਹਾ। ਰੱਬ ਇੱਦਾਂ ਕਿਉਂ ਕਰੇਗਾ? ਕੋਈ ਪਿਤਾ ਕਿਵੇਂ ਚਾਹੇਗਾ ਕਿ ਮੇਰਾ ਇੱਕ ਪੁੱਤਰ ਤੇ ਮਹਿਲਾਂ 'ਚ ਰਵੇ, ਦੂਜਾ ਮੇਰਾ ਪੁੱਤਰ ਝੌਂਪੜੀ 'ਚ ਰਵੇ, ਮੇਰਾ ਇੱਕ ਪੁੱਤਰ ਅਮੀਰ ਹੋਵੇ, ਦੂਜਾ ਗਰੀਬ ਹੋਵੇ? ਕੋਈ ਪਿਤਾ ਨਹੀਂ ਚਾਹੇਗਾ। ਹਰ ਮਾਂ, ਹਰ ਪਿਤਾ ਚਾਹੇਗਾ ਮੇਰੇ ਦੋਨੋਂ ਪੁੱਤਰ ਸੁਖੀ ਹੋਣ। ਰੱਬ ਪਿਤਾ ਕਿਉਂ ਚਾਹੇਗਾ ਕਿ ਮੇਰਾ ਇੱਕ ਪੁੱਤਰ ਅਮੀਰ ਹੋਵੇ, ਦੂਜਾ ਗਰੀਬ ਹੋਵੇ? ਇਹ ਸਾਨੂੰ ਗੱਲਾਂ ਸਿਖਾਈਆਂ ਗਈਆਂ, ਦੱਸੀਆਂ ਗਈਆਂ ਕਿ ਦੇਖੋ ਜੀ ਰੱਬ ਨੇ ਆਪਣੇ ਨਿਯਮਾਂ 'ਚ ਲਿਖ ਦਿੱਤਾ ਹੈ ਫਲਾਣਾ ਅਮੀਰ, ਫਲਾਣਾ ਗਰੀਬ।
ਭਾਈ ਲਾਲੋ ਜੀ ਦੀ ਅਸੀਂ ਸਾਖੀ ਸੁਣੀ ਹੋਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਲਿਕ ਭਾਗੋ ਨੂੰ ਕਹਿ ਦਿੱਤਾ ਸੀ ਕਿ ਤੇਰੇ ਮਾਲ ਪੂੜਿਆਂ ਵਿੱਚ ਗਰੀਬਾਂ ਦਾ ਖੂਨ ਭਰਿਆ ਹੋਇਆ ਹੈ। ਇਹ ਹੱਕ ਦੀ ਕਮਾਈ ਦੇ ਨਹੀਂ ਹਨ। ਸਾਰਾ ਸਾਲ ਤੂੰ ਜ਼ਿਮੀਂਦਾਰਾਂ ਦਾ, ਮਜ਼ਦੂਰਾਂ ਦਾ, ਕਿਸਾਨਾਂ ਦਾ ਖੂਨ ਪੀਤਾ, ਉਹਨਾਂ ਦਾ ਹੱਕ ਨਹੀਂ ਉਹਨਾਂ ਨੂੰ ਦਿੱਤਾ, ਉਹਨਾਂ ਦੇ ਪੈਸੇ ਮਾਰ ਲਏ, ਤੇ ਸਾਲ 'ਚ ਇੱਕ ਦਿਨ ਭੰਡਾਰਾ ਕਰਕੇ ਕਹਿੰਦੇ ਮੈਂ ਬਹੁਤ ਵੱਡਾ ਧਰਮੀ ਹਾਂ। ਨਹੀਂ, ਤੇਰੇ ਇਹਨਾਂ ਮਾਲ ਪੂੜਿਆਂ 'ਚ ਗਰੀਬਾਂ ਦਾ ਖੂਨ ਭਰਿਆ ਹੋਇਆ ਹੈ। ਤੇਰੇ ਮੁਕਾਬਲੇ 'ਚ ਭਾਈ ਲਾਲੋ ਦੀ ਕੋਧਰੀ ਦੀ ਰੋਟੀ ਵਿੱਚ ਦੁੱਧ ਹੈ, ਉਹਦੀ ਹੱਕ ਦੀ ਕਮਾਈ ਹੈ। ਤੇ ਸਾਖੀ ਇੱਥੇ ਖਤਮ ਨਹੀਂ ਸੀ ਹੋਈ, ਇੱਥੋਂ ਸ਼ੁਰੂ ਹੋਈ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਵਾਪਸ ਆਏ ਨਾ ਭਾਈ ਲਾਲੋ ਦੇ ਘਰ ਦੇ ਵਿੱਚ, ਉਦੋਂ ਆਉਂਦਿਆਂ ਸਾਰ ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ ਸੀ, ਭਾਈ ਲਾਲੋ ਇਹ ਦੱਸ ਤੂੰ ਕੀ ਕਰਦਾ ਹੁੰਦਾ ਹੈ? ਤੇ ਭਾਈ ਲਾਲੋ ਜੀ ਕਹਿਣ ਲੱਗੇ, ਸਤਿਗੁਰੂ ਕਿਰਤ ਕਰਦਾ ਵਾਂ, ਲੋਕਾਂ ਦੇ ਲੱਕੜੀਆਂ ਦੇ ਕਾਰੋਬਾਰ ਕਰਦਾ ਹਾਂ। ਜੋ ਲੋਕ ਲੱਕੜੀਆਂ ਦੇ ਜਾਂਦੇ ਨੇ, ਕਿਸੇ ਦੇ ਕਿੱਲੇ ਘੜਨੇ ਨੇ, ਕਿਸੇ ਦੇ ਮੰਜੀ ਦੇ ਪਾਵੇ ਬਣਾਉਣੇ ਨੇ, ਕਿਸੇ ਦਾ ਕੁਛ ਬਣਾਉਣਾ, ਲੱਕੜੀ ਦਾ ਮੇਰਾ ਕੰਮ ਹੈ, ਮੈਂ ਕੰਮ ਕਰਦਾ ਹਾਂ, ਤਰਖਾਣਾ ਮੇਰਾ ਕੰਮ ਹੈ। ਗੁਰੂ ਜੀ ਆਖਦੇ ਨੇ, ਭਾਈ ਲਾਲੋ ਕਿਰਤਕਾਰ ਕਰਨ ਵਾਲਾ ਬੰਦਾ ਅਮੀਰ ਹੁੰਦਾ, ਉਹਦੇ ਕੋਲ ਤੇ ਪੈਸੇ ਆਉਂਦੇ ਨੇ, ਉਹ ਅਮੀਰ ਹੋ ਜਾਂਦਾ ਹੈ, ਪਰ ਤੂੰ ਇੰਨਾ ਗਰੀਬ ਕਿਉਂ ਹੈ? ਭਾਈ ਲਾਲੋ ਕਹਿਣ ਲੱਗਾ, ਸਤਿਗੁਰੂ ਕੀ ਦੱਸਾਂ, ਪਿਛਲੇ ਜਨਮ 'ਚ ਕੋਈ ਮਾੜੇ ਕੰਮ ਕੀਤੇ ਹੋਣਗੇ, ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਅੱਜ ਮੈਂ ਗਰੀਬੀ 'ਚ ਭੋਗ ਰਿਹਾ ਵਾਂ। ਗੁਰੂ ਜੀ ਕਹਿਣ ਲੱਗੇ, ਅੱਛਾ ਇਹ ਦੱਸ ਮਲਿਕ ਭਾਗੋ ਕੀ ਕਰਦਾ ਹੁੰਦਾ ਹੈ? ਕਹਿਣ ਲੱਗਾ, ਸਤਿਗੁਰੂ ਤੇ ਕੁਛ ਨਹੀਂ ਕਰਦਾ, ਉਹਦੇ ਕੋਲ ਢੇਰ ਸਾਰੇ ਨੌਕਰ ਚਾਕਰ ਨੇ, ਉਹ ਤੇ ਪਾਣੀ ਦਾ ਗਲਾਸ ਵੀ ਆਪ ਚੁੱਕ ਕੇ ਨਹੀਂ ਪੀਂਦਾ, ਨੌਕਰ ਲਿਆ ਕੇ ਦਿੰਦੇ ਨੇ। ਸਤਿਗੁਰੂ ਆਖਦੇ ਨੇ, ਉਹ ਐਡਾ ਅਮੀਰ ਫਿਰ ਕਿਉਂ ਹੈ? ਕੰਮ ਤੇ ਕੋਈ ਕਰਦਾ ਨਹੀਂ ਹੈ। ਭਾਈ ਲਾਲੋ ਆਖਦੇ ਨੇ, ਸਤਿਗੁਰੂ ਉਹਨੇ ਜ਼ਰੂਰ ਪਿਛਲੇ ਜਨਮ 'ਚ ਮੋਤੀ ਦਾਨ ਕੀਤੇ ਹੋਣਗੇ, ਪਿਛਲੇ ਜਨਮ 'ਚ ਪੁੰਨ ਦਾਨ ਕੀਤੇ ਹੋਣਗੇ, ਇਸ ਕਰਕੇ ਅੱਜ ਅਮੀਰ ਹੈ ਉਹ। ਗੁਰੂ ਨਾਨਕ ਪਾਤਸ਼ਾਹ ਹੱਸ ਪਏ, ਉਹ ਭੋਲੇ, ਉਹ ਭਾਈ ਲਾਲੋ ਇਹ ਗੱਲਾਂ ਤੈਨੂੰ ਸਿਖਾਈਆਂ ਗਈਆਂ ਨੇ, ਇਸ ਕਰਕੇ ਸਿਖਾਈਆਂ ਗਈਆਂ ਨੇ ਤਾਂ ਕਿ ਕੋਈ ਗਰੀਬ ਆਪਣਾ ਹੱਕ ਨਾ ਮੰਗਣ ਲੱਗ ਜਾਏ। ਤੂੰ ਇਸ ਕਰਕੇ ਗਰੀਬ ਨਹੀਂ ਕਿ ਪਿਛਲੇ ਜਨਮ 'ਚ ਮਾੜੇ ਕੰਮ ਕੀਤੇ ਨੇ, ਤੂੰ ਇਸ ਕਰਕੇ ਗਰੀਬ ਹੈ ਜੋ ਤੂੰ ਮਿਹਨਤ ਮਜ਼ਦੂਰੀ ਕਰਦਾ ਹੈ, ਤੈਨੂੰ ਤੇਰੀ ਮਿਹਨਤ ਦਾ ਪੂਰਾ ਹੱਕ ਨਹੀਂ ਮਿਲ ਰਿਹਾ, ਤੇਰਾ ਹੱਕ ਵਿੱਚੋਂ ਕੋਈ ਖੋਹ ਕੇ ਲੈ ਜਾਂਦਾ ਹੈ, ਤੈਨੂੰ ਕੋਈ ਲੁੱਟ ਰਿਹਾ ਹੈ, ਤੇਰੀ ਮਿਹਨਤ ਦੀ ਮਜ਼ਦੂਰੀ ਤੈਨੂੰ ਪੂਰੀ ਨਹੀਂ ਦੇ ਰਿਹਾ, ਇਸ ਕਰਕੇ ਤੂੰ ਗਰੀਬ ਹੈ। ਰੱਬ ਨੇ ਤੈਨੂੰ ਗਰੀਬ ਨਹੀਂ ਕੀਤਾ, ਇਸ ਸਮਾਜ ਦੇ ਵਿੱਚ ਕੁਝ ਐਸੇ ਲੋਕ ਨੇ ਜਿਨ੍ਹਾਂ ਨੇ ਤੇਰਾ ਹੱਕ ਮਾਰ ਲਿਆ, ਤੇਰੀ ਮਿਹਨਤ ਦਾ ਤੈਨੂੰ ਪੂਰਾ ਫਲ ਨਹੀਂ ਦਿੱਤਾ, ਤੂੰ ਤਾਂ ਗਰੀਬ ਹੈ। ਤੇ ਮਲਿਕ ਭਾਗੋ ਇਸ ਕਰਕੇ ਅਮੀਰ ਨਹੀਂ, ਉਹਨੇ ਪਿਛਲੇ ਜਨਮ 'ਚ ਪੁੰਨ ਦਾਨ, ਮੋਤੀ ਦਾਨ ਕੀਤੇ ਨੇ, ਉਹ ਇਸ ਕਰਕੇ ਅਮੀਰ ਹੈ, ਉਹ ਕਿਸੇ ਦਾ ਹੱਕ ਮਾਰ ਕੇ ਘਰ 'ਚ ਲੈ ਕੇ ਆ ਰਿਹਾ ਹੈ ਜਿਹੜਾ ਉਹਦਾ ਨਹੀਂ ਹੈ। ਭਾਈ ਲਾਲੋ ਇਸ ਕਰਕੇ ਜੇ ਤੂੰ ਚਾਹੁੰਦਾ ਮੇਰੀ ਜ਼ਿੰਦਗੀ 'ਚ ਸੁੱਖ ਆਏ ਤੇ ਆਪਣੇ ਹੱਕ ਮੰਗ, ਮੰਗ ਕੇ ਨਾ ਮਿਲਣ ਤੇ ਖੋ ਕੇ ਨਾ ਮਿਲਣ, ਲੜ ਕੇ ਲੈ। ਯਾਦ ਰੱਖਿਓ, ਹੱਕਾਂ ਦੀ ਲੜਾਈ ਭਾਈ ਲਾਲੋ ਦੀ ਝੌਂਪੜੀ 'ਚੋਂ ਸ਼ੁਰੂ ਹੋਈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਬੰਦਾ ਸਿੰਘ ਬਹਾਦਰ ਦੇ ਸਮੇਂ ਤੱਕ ਸਿਖਰ ਤੇ ਪਹੁੰਚੀ, ਜਦੋਂ ਪੰਜਾਬ ਦੇ ਜ਼ਿਮੀਂਦਾਰਾਂ ਦੇ ਮਾਮਲੇ ਮੁਆਫ ਕਰਾਏ ਗਏ, ਉਹਨਾਂ ਦੀ ਜ਼ਮੀਨਾਂ ਵਾਪਸ ਦਵਾਈਆਂ ਗਈਆਂ, ਤੇ ਸ਼ੇਰੇ ਪੰਜਾਬ ਦੇ ਸਮੇਂ ਤੱਕ ਬਿਲਕੁਲ ਰਿਜ਼ਲਟ ਨਤੀਜਾ ਸਾਹਮਣੇ ਆ ਗਿਆ। ਰੱਬੀ ਨਿਯਮਾਂ ਦੇ ਵਿੱਚ, ਸਮਾਜ ਵਿੱਚ ਜਦੋਂ ਕੋਈ ਰੱਬੀ ਨਿਯਮਾਂ ਨੂੰ ਭੰਗ ਕਰ ਦਿੰਦਾ ਹੈ, ਉਦੋਂ ਅਮੀਰੀ ਗਰੀਬੀ 'ਚ ਵਿੱਥ ਪੈ ਜਾਂਦੀ ਹੈ। ਪ੍ਰਭੂ ਨੇ ਤੇ ਸਭ ਨੂੰ ਬਰਾਬਰ ਹੀ ਦਿੱਤਾ ਹੈ, ਅੱਗੇ ਚੱਲ ਕੇ ਦੀ ਵਿਚਾਰ ਆਏਗੀ। ਉਹਦੇ ਨਿਯਮਾਂ ਦੇ ਵਿੱਚ ਹੀ ਕੋਈ ਬਖਸ਼ਿਸ਼ ਖੱਟ ਲੈਂਦਾ ਹੈ, ਉਹਦੇ ਨਿਯਮਾਂ ਨਾਲੋਂ ਟੁੱਟ ਕੇ ਕੋਈ ਵਿਕਾਰਾਂ 'ਚ ਭਟਕਦਾ ਫਿਰਦਾ ਹੈ, ਉਹ ਵੀ ਨਿਯਮਾਂ ਦੇ ਵਿੱਚ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹਰ ਕੋਈ ਰੱਬੀ ਹੁਕਮਾਂ 'ਚ, ਰੱਬੀ ਨਿਯਮਾਂ 'ਚ ਵਿੱਚ ਹੀ ਹੈ, ਬਾਹਰ ਹੁਕਮ ਨਾ ਕੋਈ। ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ, ਰੱਬ ਦੇ ਨਿਯਮਾਂ ਤੋਂ ਬਾਹਰ ਕੁਛ ਵੀ ਨਹੀਂ ਹੈ। ਅਸੀਂ ਕਹਿੰਦੇ ਹਾਂ ਰੱਬ ਦੇ ਹੁਕਮ ਤੋਂ ਬਿਨਾਂ ਜੀ ਪੱਤਾ ਨਹੀਂ ਹਿਲਦਾ, ਔਰ ਇਹ ਗੱਲ 100% ਸੱਚ ਹੈ। ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਹੁਕਮ ਮੈਨੇ ਨਿਯਮ, ਉਹਦਾ ਨਿਯਮ ਕਹਿੰਦਾ ਹੈ ਕੋਈ ਪੱਤੇ ਨੂੰ ਹਿਲਾਏਗਾ ਤੇ ਹਿੱਲੇਗਾ, ਨਹੀਂ ਹਿਲਾਏਗਾ ਤੇ ਨਹੀਂ ਹਿੱਲੇਗਾ। ਉਹਦਾ ਨਿਯਮ ਕਹਿੰਦਾ ਹੈ ਹਵਾ ਚੱਲੇਗੀ ਤੇ ਪੱਤਾ ਹਿੱਲੇਗਾ, ਨਹੀਂ ਚੱਲੇਗੀ ਨਹੀਂ ਹਿੱਲੇਗਾ। ਪੱਤੇ ਨੂੰ ਊਰਜਾ ਮਿਲੇਗੀ ਤੇ ਉਹ ਗਤੀਸ਼ੀਲ ਹੋਏਗਾ, ਨਹੀਂ ਊਰਜਾ ਮਿਲੇਗੀ ਨਹੀਂ ਗਤੀਸ਼ੀਲ ਹੋਏਗਾ। ਆਪਣੇ ਆਪ ਨਹੀਂ ਪੱਤਾ ਹਿੱਲ ਸਕਦਾ। ਪੱਤਾ ਵੀ ਉਹਦੇ ਕਿਸੇ ਨਿਯਮ ਦੇ ਤਹਿਤ ਹੀ ਹਿੱਲੇਗਾ, ਪੱਤਾ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਹਿਲਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹੋਮੈ ਕਹੈ ਨਾ ਕੋਏ। ਨਾਨਕ ਸੁਬੋਧਨ ਹੈ, ਇਹ ਨਾਨਕ ਹੁਕਮ ਹੈ ਜੇ ਬੁਝੈ, ਕੋਈ ਰੱਬੀ ਹੁਕਮ ਨੂੰ, ਉਹਦੇ ਨਿਯਮ ਨੂੰ ਬੁੱਝ ਲਏ ਤਾਂ ਹੋਮੈ ਕਹੈ ਨਾ ਕੋਏ। ਉਹਦੇ ਅੰਦਰ ਹੋਮੈ ਨਹੀਂ ਰਹੇਗੀ। ਜਿਹੜਾ ਮਨੁੱਖ ਆਖਦਾ ਨੇ ਜੀ ਮੈਂ ਕੁਛ ਨਹੀਂ ਕਰ ਸਕਦਾ, ਮੇਰੇ ਕੋਲ ਸਮਰੱਥਾ ਨਹੀਂ, ਮੈਂ
ਬਜ਼ੁਰਗ ਹੋ ਗਿਆ, ਮੈਂ ਥੱਕ ਗਿਆ, ਮੈਂ ਹੁਣ ਕੀ ਕਰ ਸਕਦਾ। ਪਰ ਜੇ ਹੁਕਮ ਨੂੰ ਬੁੱਝ ਲਏ ਨਾ, ਉਹਦੇ ਨਿਯਮਾਂ ਵਿੱਚ ਰਹਿ ਕੇ ਸਭ ਕੁਝ ਹੋ ਸਕਦਾ। ਕੀ ਨਹੀਂ ਹੋ ਸਕਦਾ। ਇੰਨੀ ਵਿਲ ਪਾਵਰ ਦਿੰਦੀ ਹੈ ਗੁਰਬਾਣੀ, ਇੰਨੀ ਸਕਾਰਾਤਮਕ ਸੋਚ ਪੈਦਾ ਕਰ ਦਿੰਦੀ ਹੈ ਬਾਣੀ ਕਿ ਕਿਉਂ ਨਹੀਂ ਹੋ ਸਕਦਾ। ਉਹਦੇ ਨਿਯਮਾਂ ਨੂੰ ਮੰਨ, ਨਿਯਮਾਂ ਵਿੱਚ ਰਹਿ ਕੇ ਕੁਝ ਵੀ ਹੋ ਸਕਦਾ ਹੈ। ਤੇ ਜੇ ਕੋਈ ਕਵੇ ਮੈਂ ਤੇ ਜੀ ਸਭ ਕੁਝ ਕਰ ਸਕਦਾ ਵਾਂ, ਸਤਿਗੁਰੂ ਕਹਿਣ ਲੱਗੇ ਹਉਮੈ ਛੱਡ ਦੇ। ਉਹਦੇ ਨਿਯਮਾਂ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਜੇ ਤੂੰ ਕਵੇਂ ਕਿ ਮੈਂ ਆਕਸੀਜਨ ਛੱਡ ਕੇ ਕਾਰਬਨ ਡਾਈਆਕਸਾਈਡ ਲੈ ਕੇ ਜੀ ਸਕਦਾ, ਕਦੀ ਨਹੀਂ ਹੋ ਸਕਦਾ। ਉਹਦੇ ਨਿਯਮਾਂ ਵਿੱਚ ਹੀ ਰਹਿਣਾ ਪੈਣਾ। ਜੋ ਕਰਮ ਕਰੇਗਾ ਉਹਦੇ ਨਿਯਮਾਂ ਦੇ ਵਿੱਚ ਹੀ। ਜਦੋਂ ਨਿਯਮਾਂ ਦੀ ਸਮਝ ਆ ਜਾਂਦੀ ਹੈ, ਬੰਦੇ ਅੰਦਰ ਹਉਮੈ ਨਹੀਂ ਰਹਿੰਦੀ ਕਿ ਜੋ ਕਰ ਰਿਹਾ ਇਹ ਮੈਂ ਥੋੜ੍ਹੇ ਕਰ ਰਿਹਾ, ਉਹਦੇ ਨਿਯਮਾਂ ਦੇ ਵਿੱਚ ਹੋ ਰਿਹਾ ਹੈ। ਸਿਰਫ ਉਹਦੇ ਨਿਯਮਾਂ ਨੂੰ ਫੋਲੋ ਕਰ ਰਿਹਾ ਹਾਂ। ਨਾਨਕ ਹੁਕਮੈ ਜੇ ਬੁਝੈ। ਹੇ ਨਾਨਕ, ਜੇ ਕੋਈ ਜੀਵ ਉਹਦੇ ਨਿਯਮਾਂ ਨੂੰ ਬੁੱਝ ਲਵੇ, ਰੱਬੀ ਗੁਣਾਂ ਨੂੰ ਜੀਵਨ 'ਚ ਧਾਰ ਲਵੇ, ਤਾਂ ਹਉਮੈ ਕਹੇ ਨਾ ਕੋਇ। ਫਿਰ ਉਹ ਹਉਮੈ ਦੇ ਬੋਲ ਨਹੀਂ ਕਹਿੰਦਾ, ਫਿਰ ਹੰਕਾਰ ਨਹੀਂ ਕਰਦਾ। ਉਹਨੂੰ ਪਤਾ ਹੈ ਜੋ ਕਰ ਰਿਹਾ ਨਿਯਮਾਂ ਦੇ ਵਿੱਚ ਹੋ ਰਿਹਾ ਹੈ, ਮੇਰੀ ਆਪਣੀ ਕੋਈ ਪਾਇਆ ਨਹੀਂ ਹੈ। ਕੀ ਕੁਝ ਹੋ ਰਿਹਾ ਜਗਤ ਦੇ ਵਿੱਚ, ਇਹਦੀ ਵਿਚਾਰ ਅਗਲੀ ਪੌੜੀ 'ਚ ਸਾਂਝੀ ਕਰਾਂਗੇ। ਹੋਈਆਂ ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।